ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਾਹਮਣੇ ਅੱਜ ਫਿਰ ਮੈਂ ਇੱਕ ਨਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ ਲੈ ਕੇ ਆਇਆ ਹਾਂ। ਸੁਖਮਨੀ ਸਾਹਿਬ ਦੀ ਅਸ਼ਟਪਦੀ 4 ਨੰਬਰ ਹੈਗੀ। ਸ਼ਲੋਕ ਪਹਿਲੇ ਪੜਾਂਗੇ, ਉਹਦਾ ਅਰਥ ਸਮਝਾਂਗੇ, ਉਸ ਤੋਂ ਬਾਅਦ ਅਸ਼ਟਪਦੀ। ਸ਼ਲੋਕ। ਦੀਨਨਹਾਰ ਪ੍ਰਭ ਛੋੜ ਕੇ लागह आन सुआए, नानक कहू न सीज ही बिन नावे पत जाए। ਇਹ ਸ਼ਲੋਕ ਜਿਹੜਾ ਹੈਗਾ, ਅਗਲੀ ਜਿਹੜੀ ਅਸ਼ਟਪਦੀ ਇਸੇ ਸ਼ਲੋਕ ਦਾ ਵਿਸਤਾਰ ਰਹੇਗਾ। ਪੰਚਮ ਪਾਤਸ਼ਾਹ ਇਹਦੇ ਵਿੱਚ ਕੀ ਦਰਸਾ ਰਹੇ ਨੇ, ਦੱਸ ਰਹੇ ਨੇ ਕਿ ਜਿਹੜਾ ਪ੍ਰਭੂ ਸਾਨੂੰ ਸਭ ਕੁਝ ਦਿੰਦਾ ਹੈਗਾ ਉਸ ਨੂੰ ਮਨੁੱਖ ਨੇ ਛੱਡ ਦਿੱਤਾ ਹੈ, ਔਰ ਬਾਕੀ ਜਿਹੜਾ ਨਹੀਂ ਜਿੱਥੋਂ ਮਿਲਣਾ ਸੁਆਹ ਦੇ ਪਿੱਛੇ ਲੱਗਿਆ ਹੋਇਆ। ਨਾਨਕ ਕਹੂ ਨ ਸੀਜਹੀ ਬਿਨ ਨਾਵੇ ਪਤ ਜਾਏ। ਨਾਨਕ ਕਹਿੰਦੇ ਨੇ ਇਹ ਚੀਜ਼ ਕਦੀ ਵੀ ਸੀਝੇਗੀ ਨਹੀਂ, ਪੱਕੇਗੀ ਨਹੀਂ। ਜਿਸ ਤਰ੍ਹਾਂ ਸਬਜ਼ੀ ਪੱਕ ਜਾਂਦੀ ਆਪਾਂ ਆਖਦੇ ਨੇ ਕਿ ਸੀਝ ਗਈ ਹੈ, ਇਹ ਚੀਜ਼ ਜਿਹੜੀ ਹੈ ਸਿਝਣੀ ਨਹੀਂ ਹੈ ਤੇ ਪੱਕੇਗੀ ਨਹੀਂ। ਨਾਮ ਤੋਂ ਬਗੈਰ ਸਾਡੀ ਜਿਹੜੀ ਪੱਤ ਜਿਹੜੀ ਹੈ, ਟਾਈਮ ਜਿਹੜਾ ਹੈ ਉਹ ਨਿਕਲਦਾ ਜਾ ਰਿਹਾ। ਅਸ਼ਟਪਦੀ। 10 ਬਸਤ ਲੈ ਪਾਛੇ ਪਾਵੇ, ਏਕ ਬਸ ਕਾਰਨ ਬਿਖੋਟ ਗਵਾਵੇ। ਏਕ ਵੀ ਨ ਦੇ 10 ਵੀ ਹਿਰਲੇ ਤਉ ਮੂੜਾ ਕੋ ਕਹਾਂ ਕਰੇ। ਪਰਮਾਤਮਾ ਨੇ ਸਾਨੂੰ 10 ਚੀਜ਼ਾਂ ਦਿੱਤੀਆਂ ਨੇ। ਜੇ ਇੱਕ ਚੀਜ਼ ਨਹੀਂ ਦੇ ਰਿਹਾ ਤਾਂ ਅਸੀਂ ਜਿਹੜਾ ਹੈ ਅਨਬੈਲੈਂਸ, ਅਨਸਟੇਬਲ, ਸਾਡਾ ਜਿਹੜਾ ਮਾਈਂਡ ਹੈ ਉਹ ਅਨਸਟੇਬਲ ਹੋ ਜਾਂਦਾ ਹੈ। ਉਹਦੀ ਜਿਹੜੀ ਹੈਗੀ ਨੈਗੇਟਿਵਿਟੀ ਵੱਧ ਜਾਂਦੀ ਹੈ। ਇਹ ਚੀਜ਼ ਮੇਰਾ ਕਿਉਂ ਨਹੀਂ ਹੋਈ, ਇਹ ਚੀਜ਼ ਮੈਨੂੰ ਕਿਉਂ ਨਹੀਂ ਮਿਲੀ, ਇਹ ਕੰਮ ਮੇਰਾ ਕਿਉਂ ਨਹੀਂ ਹੋਇਆ। ਜਿਹੜੇ 10 ਕੰਮ ਹੋਏ ਨੇ ਉਹਦਾ ਧੰਨਵਾਦ ਨਹੀਂ ਦੇ ਰਹੇ, ਲੇਕਿਨ ਇੱਕ ਦੇ ਪਿੱਛੇ ਅਸੀਂ ਆਪਣਾ ਜਿਹੜਾ ਹੈ ਗਵਾ ਰਹੇ ਹਾਂ, ਸਮੇਂ ਗਵਾ ਰਹੇ ਹਾਂ। ਫਿਰ ਅਗਲੀ ਲਾਈਨ ਵਿੱਚ ਗੁਰੂ ਸਾਹਿਬ ਆਖਦੇ ਨੇ ਜੇ ਇੱਕ ਵੀ ਨਾ ਦੇਵੇ, 10 ਤੇ ਦਿੱਤੀਆਂ ਨੇ, ਪਹਿਲੇ ਇੱਕ ਨਹੀਂ ਦਿੱਤੀ ਸੀ, ਹੁਣ ਜੇ ਸਾਰੀ 10 ਵੀ ਲੈ ਲਵੇ, 10 ਹਿਰ ਲੈ, ਉਹ ਲੈ ਲਵੇ ਵਾਪਸ ਜਾਂ ਦੇ ਹੀ ਨਾ, ਫਿਰ ਮੂਰਖ ਵਿਅਕਤੀ ਕੁਝ ਕਰ ਨਹੀਂ ਸਕਦਾ। ਇਸ ਕਰਕੇ ਜਿਤਨਾ ਮਿਲਿਆ ਉਹਦੇ ਵਿੱਚ ਆਪਾਂ ਨੂੰ ਸੰਤੋਸ਼ ਕਰਨਾ ਹੈਗਾ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਚੈ ਸਦ ਨਮਸਕਾਰਾ। ਜਿਸ ਠਾਕੁਰ ਦਾ ਕੋਈ ਚਾਰਾ ਹੀ ਨਹੀਂ ਹੈਗਾ ਤੇ ਭਾਈ ਉਸ ਨੂੰ ਸਦਾ ਨਮਸਕਾਰ ਕਰ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਜਿਹਦੇ ਮਨ ਵਿੱਚ ਪ੍ਰਭੂ ਦੀ ਮਿਠਾਸ ਜਿਸ ਨੂੰ ਸਮਝ ਆ ਗਈ ਹੈ, ਸਰਬ ਸੁਖਤਾ ਹੂ ਮਨ ਬੂਠਾ। ਜਿਸ ਨੂੰ ਪ੍ਰਭੂ ਦੀ ਮਿਠਾਸ ਸਮਝ ਆ ਗਈ ਹੈ ਉਸ ਨੂੰ ਸਾਰੇ ਸੁੱਖ ਸਮਝ ਲੋ ਪ੍ਰਾਪਤ ਹੋ ਗਏ ਨੇ। ਜਿਸ ਦਿਨ ਆਪਣਾ ਹੁਕਮ ਮਨਾਇਆ, ਜਿਸ ਪ੍ਰਭੂ ਨੇ ਇਹ ਮਨਾ ਲਿਆ ਹੈ, ਇਸ ਬੰਦੇ ਨੇ ਮੰਨ ਲਿਆ ਹੈ ਕਿ ਭਾਈ ਮੈਨੂੰ ਹੁਕਮ ਵਿੱਚ ਹੀ ਚੱਲਣਾ ਹੈ, ਸੋ ਸਰਬ ਥੋਕ ਨਾਨਕ ਤਿਨ ਜਾਤਾ। ਉਸ ਨੇ ਸਾਰੀਆਂ ਗੱਲਾਂ ਜਿਹੜੀ ਸਮਝ ਲਓ ਸਮਝ ਲਈਆਂ ਨੇ, ਔਰ ਜਿਸਨੇ ਹੁਕਮ ਨੂੰ ਸਮਝ ਲਿਆ ਹੈ ਉਸਨੇ ਪਰਮਾਤਮਾ ਦੀ ਹਰ ਚੀਜ਼ ਨੂੰ ਐਕਸੈਪਟ ਕਰ ਲਿਆ ਹੈ। ਅਗੰਤ ਸਾਹ ਆਪਣੀ ਦੇ ਰਾਸ। ਅਣਗਿਣਤ ਸਾਹ ਜਿਹੜੇ ਨੇ ਸਾਨੂੰ ਮਿਲੇ ਹੋਏ ਨੇ, ਅਣਗਿਣਤ ਸਾਹ। ਉਸ ਨੇ ਇਸ ਸਾਹ ਦੀ ਰਾਸ਼ੀ ਜਿਹੜੀ, ਸਵਾਸਾਂ ਦੀ ਪੂੰਜੀ ਜਿਹੜੀ ਹੈ ਰਾਸ਼ੀ, ਉਹ ਸਾਨੂੰ ਦਿੱਤੀ ਹੈ। ਖਾਤ ਪੀਤ ਵਰਤੇ ਅਨਸ ਉਲਾਸ। ਖਾਂਦਾ ਪੀਂਦਾ ਔਰ ਕਈ ਕਿਸਮ ਦੇ ਵਰਤਾਰੇ ਲੈਂਦਾ ਹੋਇਆ ਆਨੰਦ ਔਰ ਉਲਾਸ ਵਿੱਚ ਭਰਿਆ ਰਹਿੰਦਾ ਹੈ। ਆਪਣੀ ਅਮਾਨ ਕਚ ਬਹੁਰ ਸਾਹ ਲੇ। ਲੇਕਿਨ ਜਿਹੜੀ ਅਸਲੀ ਸਾਡੀ ਅਮਾਨਤ ਹੈ ਸਾਹ ਦੀ, ਉਸ ਨੂੰ ਨਹੀਂ ਸਮਝ ਰਿਹਾ ਹੈ। ਅਗਿਆਨੀ ਮਨ ਰੋਸ ਕਰੇ। ਜਿਹੜਾ ਅਗਿਆਨੀ ਪੁਰਸ਼ ਹੈਗਾ ਉਹਦੇ ਮਨ ਵਿੱਚ ਰੋਸ਼ ਹੈ। ਜਿਹਦੇ ਮਨ ਵਿੱਚ ਰੋਸ਼ ਹੈ ਸਮਝੋ ਉਹ ਅਗਿਆਨੀ ਹੈ। ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਸਾਸਾਂ ਦੀ ਜਿਹੜੀ ਪੂੰਜੀ ਹੈ ਉਹ ਮਹੱਤਵਪੂਰਨ ਹੈ। ਆਪਣੀ ਪ੍ਰਤੀਤ ਆਪ ਹੀ ਖੋਵੇ। ਆਪਣੀ ਜਿਹੜੀ ਅਸੀਂ ਇੱਜ਼ਤ ਹੈ ਜਾਂ ਆਪਣੀ ਜਿਹੜੀ ਪ੍ਰਤੀਤ ਹੈ ਉਹ ਅਸੀਂ ਆਪ ਹੀ ਖੋ ਰਹੇ ਹਾਂ, ਮਤਲਬ ਜ਼ਾਇਆ ਕਰ ਰਹੇ ਹਾਂ। ਬਹੁਰ
उसका विश्वास ना होवे। इस व्यक्ति का बार बार कथन तो बाद भी विश्वास ਜਿਹੜਾ ਉਹ ਜਾਗृत नहीं हो रहा। जिसकी वस्तु आगे रखे, जिदी वस्तु जिसने दिती हैगी उसकी वस्तु ਉਹਦੇ ਅੱਗੇ ਰੱਖ के प्रभ की आज्ञा माने माथे। जे आपन प्रभु की आज्ञा नू मन लवीए, मत्थे ते मन लईए, उसनू उच्चा करके समझिए उसकी आज्ञा नू कि भाई जो भी हो रहा है हुक्म विच हो रहा है उसते चौगुन करे निहाल। फिर यदि आपन उसकी आज्ञा नू मन लईए कि भाई जो हो रहा प्रभु करा रहा कर रहा मैनू एक्सैप्ट करना, एक्सैप्ट कर ले, तो गुरु साहब अगली पंक्ति विच कह रहे ने उसते चौगुन करे निहाल, उस तो फिर 4 गुणा निहाल करेगा। जे आपां उसनू मन लवांगे तो फिर वो 4 गुणा निहाल करेगा सानू। नानक साहिब सदा दयाल। पंचम पातशाह दस रहे ने कि जिहड़ा साहिब है सादा वो दयाल हैगा। ਇਹਦੇ ਵਿੱਚ ਕੀ ਗੁਰੂ ਸਾਹਿਬ ਦੱਸ ਰਹੇ ਨੇ ਕਿ ਭਾਈ ਹੁਕਮ ਨੂੰ ਜੇ ਮੰਨ ਲਈਏ ਤੇ 4 ਗੁਣਾ ਪ੍ਰਾਪਤੀ ਵੱਧ ਜਾਏਗੀ। अनेक भांत माया के हेत सर पर होवत जान अनेक। अनेक भांति ਜਿਹੜੀ ਮਾਇਆ ਦੇ ਵੀ ਨਾ ਅਨੇਕ ਰੂਪ ਰੰਗ ਹੈਗੇ ਨੇ, ਉਹ ਸਾਡੇ ਸਰ ਦੇ ਉੱਤੇ ਜਿਹੜੀ ਨਾ ਚੜ ਕੇ ਬੋਲਦੀ ਰਹਿੰਦੀ ਹੈ। ਇਹ ਗੱਲ ਨੂੰ ਸਮਝੋ ਕਿ ਮਾਇਆ ਜਿਹੜੀ ਹੈ ਸਾਡੇ ਸਰ ਦੇ ਉੱਤੇ ਚੜ ਕੇ ਬੋਲਦੀ ਰਹਿੰਦੀ ਹੈ। ਮਤਲਬ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਚਾਰ ਨੇ ਉਹ ਜਿਹੜੇ ਨੇ ਸਰ 'ਤੇ ਚੜ ਕੇ ਬੋਲਦੇ ਰਹਿੰਦੇ ਨੇ। ਬ੍ਰਿਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ। ਜੋ ਦੀਸੇ ਸੋ ਚਾਲਨਹਾਰ। ਬ੍ਰਿਖ ਦੀ ਜਿਸ ਤਰ੍ਹਾਂ ਛਾਇਆ ਰਹਿੰਦੀ ਹੈ, ਆਪਾਂ ਇਹਦੀ ਬ੍ਰਿਖ ਦੀ ਛਾਇਆ ਦੇ ਹੇਠ ਖੜੇ ਹੋ ਜਾਈਏ ਤਾਂ ਉੱਤੇ ਛਾਇਆ ਰਹੇਗੀ, ਹੇਠਾਂ ਅਸੀਂ ਰਵਾਂਗੇ। ਉਸ ਪ੍ਰਕਾਰ ਮਾਇਆ ਦਾ ਜਿਹੜਾ ਰੰਗ ਹੈ ਨਾ ਸਾਡੇ ਉਹਦੇ ਵਿੱਚ ਚੜਿਆ ਰਹਿੰਦਾ ਹੈ। ਉਸ ਨੂੰ ਚੜ੍ਹਾ ਕੇ ਨਹੀਂ ਰੱਖਣਾ, ਉਸ ਨੂੰ ਸਮਝਣਾ ਹੈ। ਠੀਕ ਹੈ ਭਾਈ, ਲੇਕਿਨ ਉਹਦੇ ਨਾਲ ਮਾਇਆ ਦੀ ਚੀਜ਼ਾਂ ਨਾਲ ਆਪਾਂ ਨੂੰ ਜ਼ਿਆਦਾ ਲਗਾਓ ਨਹੀਂ ਰੱਖਣਾ, ਅਟੈਚਮੈਂਟ ਨਹੀਂ ਰੱਖਣਾ। ਭਾਵੇਂ ਤੁਸੀਂ ਇੰਜੋਏ ਕਰਦੇ ਰਹੋ ਲੇਕਿਨ ਮਨ ਦੇ ਉੱਤੇ ਉਹਦਾ ਪ੍ਰਭਾਵ ਨਾ ਆਵੇ। ਔਰ ਮਨ ਵਿੱਚ ਜਿਹੜਾ ਹੈ ਪ੍ਰਭੂ ਚੱਲਦਾ ਰਹੇਗਾ ਤੇ 4 ਗੁਣਾ ਜਿਹੜਾ ਹੋਰ ਪ੍ਰਾਪਤੀ ਹੋਣਗੀ। ਲੇਕਿਨ ਮਨੁੱਖ ਜਿਹੜਾ ਹੈ ਅੰਧ ਰਿਹਾ, ਲਪਟ ਰਹੋ ਤਾਂ ਅੰਧਾਰ। ਲੇਕਿਨ ਮਨੁੱਖ ਦੀ ਜਿਹੜੀ ਅੰਦਰੂਨੀ ਗਿਆਨ ਰੂਪੀ ਅੱਖਾਂ ਨੇ ਉਹ ਖੁੱਲੀਆਂ ਨਹੀਂ ਹੈ। ਅੰਧੇ ਵਾਂਗਰ ਜਿਹੜਾ ਹੈ ਮਾਇਆ ਦੇ ਲਪਟਾਓ ਵਿੱਚ ਲਪਟਿਆ ਉਹਦੀ ਛਾਇਆ ਵਿੱਚ ਬੈਠਾ ਹੋਇਆ। ਬਟਾਊ ਸਿਓ ਜੋ ਲਾਵੇ ਨੇ ਤਾਕੋ ਹੱਥ ਨਾ ਆਵੇ ਕੇ। ਬਟਾਊ ਮਤਲਬ ਰਹਿੰਦਾ ਹੈ ਜਿਸ ਤਰ੍ਹਾਂ ਬਟਾਊ ਬੋਲਦੇ ਨੇ ਜਿਹੜਾ ਨਾਉ ਚਲਾਉਂਦਾ ਹੈ ਪੁਰਾਣੇ ਜ਼ਮਾਨੇ ਵਿੱਚ, ਉਸ ਦੇ ਡਰਾਈਵਰ ਨੂੰ ਬਟਾਊ ਆਖਦੇ ਨੇ। ਜਿਹੜੇ ਬੰਦੇ ਨੇ ਬਟਾਊ ਨਾਲ ਪਿਆਰ ਕਰ ਲਿਆ, ਕਿਉਂ ਬਟਾਊ ਤੁਸੀਂ ਹੁਣੇ ਬੈਠੋਗੇ ਨਦੀ ਦਾ ਦੂਸਰਾ ਕਿਨਾਰਾ ਆਏਗਾ, ਉਹ ਬਟਾਊ ਨੂੰ ਛੱਡ ਕੇ ਜਿਹੜਾ ਬੰਦਾ ਆਪਣੇ ਘਰ ਨੂੰ ਤੁਰ ਪਏਗਾ। ਲੇਕਿਨ ਜਿਹੜਾ ਬਟਾਊ ਨਾਲ ਹੀ ਪਿਆਰ ਕਰ ਲਵੇਗਾ ਤੇ ਉਸ ਨੂੰ ਬਾਅਦ ਵਿੱਚ ਜਿਸ ਤਰ੍ਹਾਂ ਹੀ ਉਹਦਾ ਸਟੇਸ਼ਨ ਆਏਗਾ ਉਸ ਨੂੰ ਛੱਡ ਕੇ ਜਾਣਾ ਪਏਗਾ। ਅੱਜ ਦੇ ਸਕਰੀਨ ਵਿੱਚ ਕਿਸ ਤਰ੍ਹਾਂ, ਜਿਸ ਤਰ੍ਹਾਂ ਆਪਾਂ ਟ੍ਰੇਨ 'ਤੇ ਬੈਠੇ, ਬੱਸ 'ਤੇ ਬੈਠੇ ਜਾਂ ਪਲੇਨ 'ਤੇ ਬੈਠੇ, ਜੇ ਕੋ ਪੈਸੇਂਜਰ ਕੋਈ ਸਾਡੇ ਨਾਲ ਬੈਠਿਆ ਹੋਇਆ ਹੈ ਤੇ ਜਿਸ ਤਰ੍ਹਾਂ ਹੀ ਉਹਦਾ ਸਟਾਪੇਜ ਆਏਗਾ ਉਹ ਉਤਰ ਕੇ ਲੱਥ ਕੇ ਚਲਾ ਜਾਏਗਾ। ਅਸੀਂ ਜਿਹੜਾ ਅਗਲੇ ਸਟੇਸ਼ਨ 'ਤੇ ਮੰਨ ਲਓ ਉਤਰਨਾ, ਅਸੀਂ ਅਗਲੇ ਸਟੇਸ਼ਨ 'ਤੇ ਉਤਰਾਂਗੇ ਔਰ ਚਲੇ ਜਾਵਾਂਗੇ। ਉਹਦੇ ਨਾਲ ਜ਼ਿਆਦਾ ਪਿਆਰ ਲਗਾਇਆ ਕੋਈ ਖਾਸ ਫਾਇਦਾ ਨਹੀਂ ਹੋਏਗਾ। ਉਹ क्षणिक 2-3 घंटे जितनी ਸਾਡੀ ਜਰਨੀ ਹੈ ਉਤਨਾ ਹੀ ਪਿਆਰ ਰਹੇਗਾ ਥੋੜੀ ਦੇਰ ਵਾਸਤੇ, ਲੇਕਿਨ ਉਹ ਪਰਮਾਨੈਂਟ ਜਾਂ ਉਸ ਟਾਈਪ ਦਾ ਨਹੀਂ ਰਹੇਗਾ। ਇਸ ਕਰਕੇ ਗੁਰੂ ਸਾਹਿਬ ਦੱਸ ਰਹੇ ਨੇ ਕਿ ਮਾਇਆ ਜਿਸ ਤਰ੍ਹਾਂ ਦੀ ਹੈ ਉਹ ਇੱਕ ਕਿਸਮ ਦੀ ਕੋ ਪੈਸੇਂਜਰ ਹੈਗੀ, ਬਟਾਊ ਹੈਗੀ। ਲੇਕਿਨ ਉਹਦੇ ਨਾਲ ਪਿਆਰ ਲਗਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹ ਆਪਣੇ ਸਟਾਪੇਜ 'ਤੇ ਰਹਿ ਜਾਏਗੀ ਔਰ ਬੰਦਾ ਜਿਹੜਾ ਅਗਲੇ ਸਟਾਪੇਜ 'ਤੇ ਉਤਰੇਗਾ ਤੇ ਭਾਈ ਉਹਦੇ ਨਾਲ ਪਿਆਰ ਲਗਾਉਣ ਦਾ ਕੋਈ ਫਾਇਦਾ ਨਹੀਂ। ਜਿਹੜੀ ਚੀਜ਼ ਨਾਲ ਚੱਲਣੀ ਹੈ ਪਰਮਾਤਮਾ ਦੇ ਹਰੀ ਦਾ ਨਾਮ ਨਾਲ ਚੱਲਣਾ ਤੇ ਉਹਦੇ ਨਾਲ ਤੂੰ ਪਿਆਰ ਲਗਾ। ਤਾਕੋ ਹੱਥ ਨਾ ਆਵੇ ਕਿ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਬਸ ਅਗਲੀ ਲਾਈਨ ਵਿੱਚ ਗੁਰੂ ਸਾਹਿਬ ਨੇ ਦੱਸ ਦਿੱਤਾ ਕਿ ਹੇ ਮਨ, ਹਰੀ ਦੇ ਨਾਮ ਦੀ ਜਿਹੜੀ ਪ੍ਰੀਤ ਹੈ ਉਹੀ ਸੁਖਦਾਈ ਹੈ, ਉਹ ਸੁਖ ਦੇਗੀ, ਉਹ ਆਪਾਂ ਨੂੰ ਅੱਗੇ ਤਾਰੇਗੀ। ਕਰ ਕਿਰਪਾ ਨਾਨਕ ਆਪ ਲਏ ਲਾਈ,
ਹੁਣ ਗੁਰੂ ਨਾਨਕ ਦੇਵ ਜੀ ਪੰਚਮ ਪਾਤਸ਼ਾਹ ਇਹ ਵੀ ਲਿਖ ਰਹੇ ਨੇ, ਇਹ ਪ੍ਰੀਤ ਆਪਣੇ ਆਪ ਲੱਗੇਗੀ, ਉਹ ਲਾ ਲਏਗਾ। ਆਪਾਂ ਨੂੰ ਥੋੜੀ ਸੋਚ ਉਸ ਪਾਸੇ ਲਿਜਾਣੀ ਪਏਗੀ। ਮਿਥਿਆ ਤੰਦਨ ਕੁਟੁੰਬ ਸਬਾਇਆ। ਹੁਣ ਕੀ ਚੀਜ਼ ਮਿਥਿਆ, ਇਹ ਲਾਈਨ ਵਿੱਚ ਗੁਰੂ ਸਾਹਿਬ ਦੱਸਣਗੇ। ਉਹ ਹੋਰ ਅਗਲੀ ਲਾਈਨਾਂ ਵਿੱਚ ਵੀ ਮਿਥਿਆ ਕੀ ਚੀਜ਼ ਹੈ। ਮਿਥਿਆ ਮਤਲਬ ਬੇਕਾਰ ਦੀ ਚੀਜ਼ ਜਿਹੜੀ ਹੈ ਨਾ, ਉਹ ਦੱਸ ਰਹੇ ਨੇ। ਮਿਥਿਆ ਤਨ ਧਨ ਕੁਟੁੰਬ ਸੰਭਾਇਆ। ਜਿਹੜੇ ਲੋਕ ਕੁਟੁੰਬ ਵਿੱਚ ਤਨ ਔਰ ਜਿਹਦੇ ਕਈ ਲੋਕ ਨਾ ਆਪਣੇ ਤਨ ਨੂੰ ਹੀ ਡੈਕੋਰੇਟ ਕਰਦੇ ਰਹਿੰਦੇ, ਕਈ ਆਪਣੇ ਧਨ ਨੂੰ ਹੀ ਬਹੁਤ ਸਮਝਦੇ ਨੇ, ਕਈ ਕੁਟੁੰਬ ਨੂੰ ਸਮਝਦੇ ਨੇ, ਉਸ ਦੇ ਵਿੱਚ ਜਿਹੜੇ ਨੇ ਸਮਾਏ ਰਹਿੰਦੇ ਨੇ, ਲੇਕਿਨ ਉਹ ਚੀਜ਼ ਮਿਥਿਆ ਹੈ, ਬੇਕਾਰ ਹੈ। ਮਿਥਿਆ ਹਉਮੈ ਮਮਤਾ ਮਾਇਆ। ਫਿਰ ਦੂਜੀ ਚੀਜ਼ ਕੀ ਹੈ? ਹਉਮੈ ਔਰ ਕਿਸੇ ਨਾਲ ਮਮਤਾ ਕਰਨਾ ਔਰ ਮਾਇਆ, ਇਹ ਵੀ ਮਿਥਿਆ ਹੈ, ਬੇਕਾਰ ਚੀਜ਼ ਹੈ। ਮਿਥਿਆ ਰਾਜ ਜੋਬਨ ਤਨ ਮਾਲ। ਰਾਜ यदि किसी कोल है, जोबन किसी कोल है, धन किसी कोल है, या बहुत सारा माल है किसी किस्म का, लेकिन गुरु साहब आखते हैं वो भी मिथ्या है, बेकार है। मिथ्या काम क्रोध विकराल। किसी नू काम वासना चढ़ती है या क्रोध चढ़ता है, विकराल क्रोध चढ़ता है, विकराल काम वासना, गुरु साहब दसते हैं वो भी बेकार है, मिथ्या है। मिथ्या रथ हस्ती असुवस्त्रा। सोने सोने वस्त्र यदि किसी कोल हैं, रथ हैगे ने, हस्ती हैगे ने, अश्व यानी घोड़े हैगे ने, और सोने सोने कौशली कौशली वस्त्र भी हैं, गुरु साहब आखते हैं वो भी जड़ा है ना मिथ्या है, बेकार है। मिथ्या रंग संग माया पेख हसता। जे आपां किसी रंगां विच रंगे होए आ माया दे, वो भी मिथ्या है। मिथ्या द्रोह मोह अभिमान। किसी किस्म का द्रोह है या मोह है या हंकार हैगा, वो भी मिथ्या है, बेकार है। मिथ्या आपस ऊपर करत गुमान। जे कोई बंदा अपने आप दे ऊपर गुमान करता है तो गुरु साहब आखते ने वो भी मिथ्या है, बेकार है। अस्थिर भगत साधकी शरण। अस्थिर और स्टेबल चीज़ की हैगी, स्टेबिलिटी हैगी भगत साध की शरण। साध दी शरण विच यदि तुसी लग जाओगे, भगत भगत मतलब जितनी गति भले पासे हो जाए, वो लोगों नूं आपां भगत आखदे ने जिन्हां दी गति भले पासे लग गई है, भगत। साध की शरण नानक जप जप जीवे हर के चरण। हुण पंचम पातशाह दस रहे ने कि भाई जप जप, ये जपते जाओ वाहिगुरू दे नाम और जींदे रहो, और हरि का नाम हरि के चरना अपने मन में वसाई रखो। हुण अगली की चीज़ मिथ्या है। मिथ्या श्रवण पर निंदा सुने। यदि साढ़े कन किसी की निंदा सुन रहे, वो भी मिथ्या है। मिथ्या हस्त पर दरब को हिर है। यदि कोई किसी दूजे ने कमाई की है, पदार्थ या द्रव्य है, वो आपां उहदा घर में चुक के ले आईए, वो भी मिथ्या है। मिथ्या नेत्र पेखत प्रत्यारूपात। यदि किसी दा नेत्रा तो आपां उहदी सुंदरता वेख लईए तो वो भी बेकार है। मिथ्या रसना भोजन अनस्वाद। होर की चीज़ मिथ्या है? यदि आपां चंगे चंगे भोजन करी जा रहे हैं और रब दा नां नहीं ले रहे, वो भी मिथ्या है, मतलब बेकार है। मिथ्या चरण पर बेकार को धावे। यदि साढ़े चरण कुछ विकारी काम करने वास्ते उठ पैण, वो भी मिथ्या है। मिथ्या मन पर लोभ लुभावे। यदि मिथ्या होर की चीज़ मिथ्या है, मन पर यदि लोभ दा चल रहा है, विचार चल रहे ने कि ये चीज़ मैनू मिल जाए, ये वो हो जाए, लोभ चल रहा है, तो समझो मिथ्या है। मिथ्या तन नहीं परोपकारा। यदि साडा तन परोपकार नहीं कर रहा है, वो भी मिथ्या है। मिथ्या बास लेत बेकारा। जे आपां गुरुद्वारे जाके साध संगत की सेवा की, लंगर की सेवा की, कीर्तन चंगी तरह सुनिया, या जिन्होंने करना आंदा उन्होंने करिया, या चुप करके सिर्फ सुनी भी गए, तां भी वो जिहड़ा ना उपकार की भावना बनी हुई है, तो वो ठीक है। बिन बूझे मिथ्या सब भय। जे तुहानू कोई चीज़ समझ नहीं आई, वो भी मिथ्या है। और तुसी वो कुछ कर देता, एक्ट कर देता, वो मिथ्या कहलाएगा। सफल देह हर हर नाम ले,
ਕਿਹੜੀ ਦੇਹ ਸਫਲ ਹੈ ਜਿਹੜੀ ਹਰੀ ਹਰੀ ਦਾ ਨਾਮ ਲੈਂਦੀ ਹੈਗੀ। ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕ ਹੋਤ ਸੂਚਾ। ਸਭ ਕੁਝ ਜਿਹੜੀ ਹੈ ਨਾ ਉਹ ਸਾਕਤ ਜਿਹੜਾ ਹੈ, ਸਾਕਤ ਉਹ ਮਨੁੱਖ ਨੂੰ ਆਖਦੇ ਨੇ ਜਿਹੜਾ ਗੜਬੜ ਕਰਦਾ ਔਰ ਮਿੱਥਿਆ ਵਿੱਚ ਰਚਿਆ ਰਹਿੰਦਾ, ਉਸ ਨੂੰ ਆਪਾਂ ਸਾਕਤ ਆਖਦੇ ਨੇ। ਸਾਕਤ ਦੀ ਜਿਹੜੀ ਆਰਜਾ ਰਹਿੰਦੀ ਹੈ ਨਾ ਉਹ ਸੱਚ ਤੋਂ ਬਗੈਰ ਰਹਿੰਦੀ ਹੈ। ਉਹ ਜਿਹੜਾ ਸੁੱਚਪਣਾ ਉਹਦੇ ਵਿੱਚ ਨਹੀਂ ਰਹਿੰਦਾ। ਬਿਰਥਾ ਨਾਮ ਬਿਨਾ ਤਨ ਅੰਧ। यदि नाम तो बिना कोई चीज़ है, यदि नाम है तो ठीक है, बिना नाम तो सब कुछ अंधपना है, अज्ञानता है और बेकार है, बिरथा है। मुख आवत्ता के दुर्गंध। ऐसे व्यक्ति दे मुंह तो जड़ी है ना जो भी गल निकलेगी वो चंगी नहीं निकलेगी। बिन सिमरन दिन रैन बिरथा बिहाए। बिना सिमरन तो दिन और रैन यदि निकल रही है तो वो बेकार जा रही है। मेघ बिना जो खेती जाए, उसे उसी प्रकार है जिस तरह खेती खेत विच लगी हुई लेकिन उत्ते बादल चल रहे हैं और बादल जड़े गिरे नहीं और अगे चले गए, खूब अगे चले गए, तो फिर वो जड़ा है ना खेती खराब हो जाती। उसी प्रकार यदि आपां ने सिमरन नहीं किया, टाइम पास कर दिता, मेघ बिना जो खेती जाए वाला हाल हो जाना है। गोविंद भजन बिन बिरथे सब काम। जितने भी काम यदि गोविंद ते भजन तो बगैर हैं वो सब बेकार हैं, बिरथे हैगे ने। जो कृपन के निरारथ दाम। ਜਿਹੜੇ कठोर ਹਿਰਦੇ ਦੇ ਵਿਅਕਤੀ हैं ਉਹਨਾਂ ਦੇ ਕੰਮ ਜਿਹੜੇ ਰਹਿੰਦੇ ਨੇ ਉਹ ਨਿਰਾਰਥ ਰਹਿੰਦੇ ਨੇ, ਬੇਕਾਰ ਦੇ ਰਹਿੰਦੇ ਨੇ। ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ। ਧਨ ਧਨ ਕੌਣ ਹੈਗੇ ਨੇ? ਧਨ ਧਨ ਉਹ ਵਿਅਕਤੀ ਹੈ ਜਿਨ੍ਹਾਂ ਦੇ ਘਟ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਨਾਉ ਵਸਦਾ ਹੈਗਾ। ਨਾਨਕ ਤਾਕੇ ਬਲਬਲ ਜਾਓ। ਫਿਰ ਅਗਲੇ ਲਾਈਨ ਵਿੱਚ ਗੁਰੂ ਸਾਹਿਬ ਲਿਖਦੇ ਨੇ ਕਿ ਵੀ ਮੈਂ ਐਸੇ ਵਿਅਕਤੀ ਦੇ ਉੱਤੇ ਬਲਿਹਾਰਨੇ ਜਾਂਦਾ ਜਿਹਦੇ ਹਿਰਦੇ ਵਿੱਚ ਹਰੀ ਵਸਦਾ ਹੈ। रहत अवर कछ अवर कमावत। रहंदे किसी होर तरीके नाल हैं और कमाई किसी होर तरीके दी करदे ने। मन नहीं प्रीत मुखो गंढ लावत। मन विच जड़ी गिठान ला के और जड़ी मन विच प्रीत नहीं लगांदे, लेकिन जाननहार प्रभु पर बीन। प्रभु जड़ा है जाननहार है, वो अंदर दी गति नूं बहुत चंगी तरह समझदा है। बाहर पेख न काहू पीन। बाहर जेड़ा है पेख कर लैंदा है, लेकिन परमात्मा जेड़ा है उहदी सारी गतिविधियां नूं जाणदा है। परमात्मा जेड़ा है साडे अंदर ही है। उस नूं कोई बाहर कोई नोटिंग नहीं हो रही कि ये मनुख ये कर। सारी चीज़ां साडे अंदर ही नोट हो रही कि असी की कर रहे हैं। साड़ी जड़ी वाच करन वाली शक्ति है वो सब नोट कर रही है और नोट आटोमेटिकली हो ही जा रहा है। चित्र गुप्त जप लेखा मांगे क्या मुख लेके जाएगा। अंदर जेड़ा चित्र जितने भी बन रहे ना गुप्त रूप में जेड़ा है वो लेखा जोखा हो रहा है। जाननहार प्रभु परवीन। प्रभु जेड़ा है बहुत कुशल है, वो सब जानदा है। बाहर पेख न काहू पीन। इस करके बाहर दा पेखपना करन दी लोड़ नहीं है। अवर उपदेश आप ना करे। यदि आप उपदेश आप ही नहीं कर रहा, उपदेश तो वडिया वधिया दे रहा हैगा लेकिन आप उस पर नहीं चल रहा हैगा, तो वो भी जड़ा मिथ्या है, बेकार है। आवत जावत जन्मे मरे। उस फिर मनुख का की होना, आएगा जाएगा, जन्म लेगा मरेगा, जन्म लेगा मरेगा। ये जड़ा 84 का गेड़ हैगा उदा चलता रहेगा। जिसके अंतर बसे निरंकार। जिदे अंदर निरंकार जड़ा है वस गया है, मन लो तिसकी सीख तरे संसार। फिर ओदी जड़ी शिक्षावां हैगियां ने ਉਹਦੇ ਨਾਲ ਸੰਸਾਰ ਜਿਹੜਾ ਹੈ ਤਰਦਾ ਰਹਿੰਦਾ ਹੈਗਾ। ਜਿਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਦੇ ਅੰਦਰ ਪੂਰੀ ਸੱਚਿਆਪਨ ਸੀਗਾ, ਸੱਚਿਆਰ ਸੀਗੇ। ਸਾਰੇ ਗੁਰੂ ਸਾਡੇ ਜਿਹੜੇ ਹੈਗੇ ਨੇ ਸੱਚਿਆਰੇ ਸਨ। ਉਹਨਾਂ ਦੀ ਸਿੱਖ ਜਿਹੜੀ ਹੈ ਉਹ ਸੱਚੀ ਹੈ ਤੇ ਲੋਕ ਵੀ ਫਿਰ ਉਸ ਨੂੰ ਫਾਲੋ ਕਰਕੇ ਅੱਗੇ ਵੱਧਦੇ ਨੇ।
जो तुम भाने तिन प्रभ जाता, नानक उनजन चरण पराता। ऐसे व्यक्ति जिन्हों ने प्रभु ਨੂੰ ਜਾਣ ਲਿਆ ਹੈ ਔਰ ਸਮਝ ਲਿਆ ਹੈ, ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦੇ ਭਾਈ ਚਰਨ ਛੂਣ ਲਾਇਕ ਹੈਗੇ ਨੇ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ। ਤੁਸੀਂ ਬੇਨਤੀ ਕਰੋ ਪਾਰ ਬ੍ਰਹਮ ਨੂੰ, ਪਾਰ ਬ੍ਰਹਮ ਸਭ ਕੁਝ ਜਾਣਦਾ ਹੈਗਾ। ਆਪਣਾ ਕੀਆ ਆਪਹਿ ਮਾਨੈ, ਉਹੀ ਕਰਾਂਦਾ ਹੈ ਔਰ ਉਹੀ ਸਭ ਨੂੰ ਗਾਈਡੈਂਸ ਦਿੰਦਾ ਹੈਗਾ। ਆਪਹਿ ਆਪ ਕਰਤ ਨਿਬੇਰਾ, ਔਰ ਜਿਹੜਾ ਹਰ ਚੀਜ਼ ਨੂੰ ਆਪਣੇ ਆਪ ਕਰਕੇ ਆਪ ਨਿਬੇੜ ਸਕਦਾ ਹੈਗਾ, ਉਹਦੇ ਵਿੱਚ ਤਾਕਤ ਹੈ ਪਾਰ ਬ੍ਰਹਮ ਵਿੱਚ। ਕਿਸੇ ਦੂਰ ਜਨਾਵਤ, ਕਿਸੇ ਬੁਝਾਵਤ ਨੇਰਾ। ਕਿਸੇ ਕਿਸੇ ਨੂੰ ਦਰਸਾਉਂਦਾ ਹੈ ਕਿ ਪਰਮਾਤਮਾ ਬਹੁਤ ਦੂਰ ਹੈਗਾ ਭਾਈ, ਕਿਸੇ ਕਿਸੇ ਨੂੰ ਇਹ ਦਰਸਾਇਆ ਜਾਂਦਾ ਕਿ ਬਹੁਤ ਨੇੜੇ ਹੈਗਾ। ਜਿਸ ਨੂੰ ਇਹ ਦਿਖਦਾ ਹੈ ਕਿ ਪਰਮਾਤਮਾ ਮੇਰੇ ਅੰਦਰ ਹੈਗਾ, ਤੇ ਸਮਝ ਲਓ ਪਰਮਾਤਮਾ ਉਹਦੇ ਬਹੁਤ ਨੇੜੇ ਹੈ। ਜਿਸ ਨੂੰ ਸਮਝ ਆਉਂਦਾ ਕਿ ਪਰਮਾਤਮਾ ਬਹੁਤ ਦੂਰ ਹੈਗਾ, ਤੇ ਸਮਝ ਲਓ ਉਹਦੇ ਉੱਤੇ ਅਜੇ ਕਿਰਪਾ ਨਹੀਂ ਹੋਈ ਹੈ। ਲੇਕਿਨ ਜਿਹੜੇ ਡਾਊਟਫੁਲ ਨੇ ਉਹਨਾਂ ਨੂੰ ਇਹ ਦ੍ਰਿੜ ਨਿਸ਼ਚੈ ਕਰ ਲੈਣਾ ਚਾਹੀਦਾ ਕਿ ਪਰਮਾਤਮਾ ਗੁਰਬਾਣੀ ਦੇ ਗੁਰੂਆਂ ਦੇ ਅਨੁਸਾਰ ਤੁਹਾਡੇ ਅੰਦਰ ਹੈਗਾ। ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਿਛ ਜਾਣੇ ਆਤਮ ਕੀ ਰਹਿਤ। ਜਿਤਨੇ ਵੀ ਉਪਾਅ ਆਪਾਂ ਸਿਆਣਪ ਨਾਲ ਆਪਣੀ ਕਰ ਸਕਦੇ ਨੇ, ਉਹ ਸਿਆਣਪਾਂ ਤੋਂ ਅਲੱਗ ਹੈਗਾ। ਉਪਾਅ ਸਿਆਣਪ ਸਗਲ ਤੇ ਰਹਿਤ, ਉਹ ਸਿਆਣਪਾਂ ਤੋਂ ਅਲੱਗ ਹੈ। ਆਪਾਂ ਕਿਤਨੀ ਵੀ ਚਤਰਾਈਆਂ ਕਰ ਲਈਏ, ਉਹ ਜਿਹੜਾ ਹੈ ਇਸ ਤੋਂ ਅਲੱਗ ਹੈ। ਸਹਿਜ ਸਿਆਣਪਾਂ ਲੱਖ ਹੋਵੇ ਤਾਂ ਇੱਕ ਨ ਚੱਲੇ ਨਾਲ। ਉਹੀ ਚੀਜ਼ ਇੱਥੇ ਆਈ, ਸੇਮ ਮੀਨਿੰਗ। ਸਭ ਕੁਛ ਜਾਣੇ ਆਤਮ ਕੀ ਰਹਿਤ। ਜੇ ਆਤਮਾ ਸਾਡੀ ਜਾਣ ਗਈ ਕਿ ਭਾਈ ਪਰਮਾਤਮਾ ਹੈ ਤਾਂ ਫਿਰ ਵਧੀਆ। ਜਿਸ ਪਾਵੇ ਤਿਸ ਲਏ ਲੜ ਲਾਏ। ਜਿਸ ਨੂੰ ਪ੍ਰਭੂ ਭਾ ਜਾਂਦਾ ਹੈਗਾ ਉਸ ਨੂੰ ਆਪਣੇ ਲੜ ਲਾ ਲੈਂਦਾ ਹੈ, ਜਾਂ ਜਿਸ ਨੂੰ ਭਾ ਜਾਂਦਾ ਹੈ ਉਹ ਆਪਣੇ ਆਪ ਫਿਰ ਪ੍ਰਭੂ ਦੇ ਪਿੱਛੇ ਪਿੱਛੇ ਲੱਭਣਾ ਸ਼ੁਰੂ ਕਰ ਦਿੰਦਾ। ਔਰ ਲੱਭਣਾ ਜਿਹੜਾ ਅੰਦਰ ਹੈ। ਥਾਨ ਥਨੰਤਰ ਰਿਹਾ ਸਮਾਏ। ਥਾਨ ਵਿੱਚ ਵੀ ਹੈ, ਦੂਜੀ ਥਾਂ ਵਿੱਚ ਵੀ ਹੈ। ਉਹ ਇਹ ਜਿਹੜਾ ਦੋ ਥਾਵਾਂ ਦਾ ਅੰਤਰ ਹੈਗਾ, ਇਹਦੇ ਵਿੱਚ ਵੀ ਹੈ। ਥਾਨ ਥਨੰਤਰ ਰਿਹਾ ਸਮਾਏ, ਹਰ ਜਗ੍ਹਾ ਸਮਾਇਆ ਹੋਇਆ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ। ਉਹ ਸੇਵਕ ਦੇ ਉੱਤੇ ਕਿਰਪਾ ਕਰ ਦਿੰਦਾ ਹੈ, ਉਹ ਨਿਮਕ ਨਿਮਕ ਬਾਰ ਬਾਰ ਜਿਹੜਾ ਹੈ ਹਰੀ ਨੂੰ ਯਾਦ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਸ਼ਟਪਦੀਆਂ ਵਿੱਚ ਇਹੀ ਸਮਝਾਇਆ ਗਿਆ ਹੈ ਕਿ ਭਾਈ ਤੂੰ ਨਾਮ ਜਪ, ਨਾਮ ਜਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।